ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬਰਖਾਸਤ ਸਾਬਕਾ ਸਿਹਤ ਮੰਤਰੀ ਦੀ ਭਾਵ ਵਿਜੇ ਸਿੰਗਲਾ ਜੀ, ਜਿਨ੍ਹਾਂ ਦੀ ਕਿ ਇੱਕ ਕਾਰਜਕਾਰ ਤੋਂ ਇੱਕ ਐਕਟੀਵਿਟੀ ਤੋਂ ਇੱਕ ਵਾਰ ਫਿਰ ਤੋਂ ਸਰਕਾਰ ਫਸਦੀ ਹੋਈ ਨਜ਼ਰ आ रही है। सरकार ਦੀਆਂ ਮੁਸ਼ਕਿਲਾਂ ਵਧੀਆਂ ਨੇ ਕੀ ਹੋਈ ਸੀ ਉਹਨਾਂ ਦੀ ਐਕਟੀਵਿਟੀ ਤੇ ਕਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਸਾਬਕਾ ਸਿਹਤ ਮੰਤਰੀ ਰਡਾਰ ਦੇ ਉੱਪਰ ਆਏ ਨੇ। ਵਿਰੋਧੀ ਪਾਰਟੀਆਂ ਦੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਹੁਣ ਉਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਉਸ ਵਿਧਾਇਕ ਦੀ ਜਿਸ ਦੇ ਉੱਪਰ ਹੁਣ ਕਰਪਸ਼ਨ ਦੇ ਇਲਜ਼ਾਮ ਲੱਗੇ ਨੇ। ਪੂਰਾ ਮਾਮਲਾ ਕੀ ਹੈ, किस विधायक के उपर इल्जाम लगे ने ते हुण किस तरह की उन्होंने उपर कार्रवाई होने जा रही है, इस बारे विस्तार के नाल चर्चा करने लिए मेरे नाल जुड़े हुए मेरे सीनियर सहयोगी सुखविंदर सिंह सिद्धू। सब तो पहला स्वागत करते हैं सिद्धू साहब, स्वागत है जी प्रोग्राम दे विच। धन्यवाद लखविंदर जी, बहुत बहुत धन्यवाद। सो सर गल करांगे शुरुआत दे विच साबका सेहत मंत्री आम आदमी पार्टी विजय सिंगला जी, जिहड़े कि अपने अहुदे की सौं चुकण तो तकरीबन 2 महीने बाद ही विवादां दे विच फसे सी, करप्शन के चार्ज लगे सी। ਜਦੋਂ कि हुण ਉਹ बाहर आ चुके ने, जमानत मिल चुकी है उस मामले ਦੇ ਵਿੱਚ, लेकिन ਉਹਨਾਂ ਦੀ ਕਾਰਜਸ਼ੈਲੀ ਤੇ ਇੱਕ ਵਾਰ ਫਿਰ ਤੋਂ ਵਿਰੋਧੀ ਪਾਰਟੀਆਂ ਵੱਲੋਂ ਤੰਜ ਕਸੇ ਗਏ ਨੇ। ਕੀ ਆ ਉਹਨਾਂ ਦੀ ਕਾਰਜਕਾਰੀ ਕਿਸ ਤਰ੍ਹਾਂ ਦੀ ਸੀ ਉਹ, ਜਿਸ ਦੇ ਉੱਪਰ ਹੁਣ ਇੱਕ ਵਾਰ ਫਿਰ ਤੋਂ ਸਰਕਾਰ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੂਰਾ ਮਾਮਲਾ ਕੀ ਹੈ? ਦੇਖੋ ਲਖਵਿੰਦਰ ਜੀ, ਇਹਨਾਂ ਦੇ ਉੱਪਰ ਜਿਹੜੇ ਵਿਜੇ ਸਿੰਗਲਾ ਨੇ 43 ਦਿਨ ਜੇਲ੍ਹ ਕੱਟ ਕੇ ਆਏ ਆ ਕਰਪਸ਼ਨ ਦੇ ਮਾਮਲੇ ਦੇ ਵਿੱਚ। ਖੁਦ ਭਗਵੰਤ ਮਾਨ ਹੋਰਾਂ ਨੇ ਇਹ ਪਰਚਾ ਜਿਹੜਾ ਦਰਜ ਕਰਵਾਇਆ ਸੀਗਾ, ਕਹਿ ਕੇ ਆਪਣੇ ਹੁਕਮਾਂ ਦੇ ਨਾਲ ਇਹ ਪਰਚਾ ਦਰਜ ਆਪਣੇ ਹੀ ਮੰਤਰੀ ਦੇ ਉੱਪਰ ਕਰਵਾਇਆ ਗਿਆ ਸੀ। 43 ਦਿਨ ਜੇਲ੍ਹ 'ਚ ਰਹੇ ਤੇ ਜੇਲ੍ਹ ਤੋਂ ਬਾਹਰ ਆ ਗਏ। ਵਿਰੋਧੀ ਪਾਰਟੀ ਨੂੰ ਤਾਂ ਸਵਾਲ ਲਖਵਿੰਦਰ ਜੀ ਅੱਜ ਚੁੱਕੇ ਨੇ, ਸਾਡੇ ਚੈਨਲ ਦੇ ਵੱਲੋਂ ਸਾਡੀ ਟੀਮ ਦੇ ਵੱਲੋਂ ਸਵਾਲ ਜਿਹੜੇ ਆ ਉਸੇ ਦਿਨ ਹੀ ਚੁੱਕ ਲਏ ਗਏ ਸੀ ਜਿਸ ਦਿਨ ਵਿਜੇ ਸਿੰਗਲਾ ਨੂੰ ਜ਼ਮਾਨਤ ਮਿਲੀ ਸੀ। ਤੇ ਵਿਜੇ ਸਿੰਗਲਾ ਨੇ ਆਪਣੇ ਦਫ਼ਤਰ ਦੇ ਵਿੱਚ ਪਹਿਲੇ ਦਿਨ ਜਾ ਕੇ ਸਿੱਧੇ ਤੌਰ ਤੇ ਚੈਲੰਜ ਕਰਤਾ ਸੀ ਕਿ ਭਾਈ ਜੇ ਮੈਂ ਕਿਸੇ ਤੋਂ 1 ਰੁਪਈਆ ਮੰਗਿਆ ਤਾਂ ਕੋਈ ਆ ਕੇ ਮੈਨੂੰ ਕਹਿ ਕੇ ਦਿਖਾਵੇ, ਮੈਨੂੰ ਦੱਸੇ ਜੇ ਮੈਂ ਕਦੇ ਕਿਸੇ ਤੋਂ 1 ਰੁਪਈਆ ਵੀ ਲਿਆ ਹੋਵੇ। ਅਸੀਂ ਉਦੋਂ ਹੀ ਦੱਸਤਾ ਸੀਗਾ ਕਿ ਇਹ ਬੇਸ਼ੱਕ ਇਸ ਪੂਰੇ ਮਾਮਲੇ ਦੇ ਵਿੱਚ ਭਗਵੰਤ ਮਾਨ ਨੇ ਵਾਈ ਖੱਟ ਲਈ ਇਸ ਤੇ ਪਰਚਾ ਦਰਜ ਕਰਾ ਕੇ, ਪਰ ਹੁਣ ਵਿਜੇ ਸਿੰਗਲਾ ਬਾਹਰ ਆ ਗਏ ਨੇ। ਹੁਣ ਇਹਦੇ ਵਿੱਚ ਵਾਹੀ ਨਹੀਂ, ਹੁਣ ਵਿਜੇ ਸਿੰਗਲਾ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਤਾਂ ਵਧਾਉਣੀਆਂ ਨੇ। ਉਹ ਕਿਵੇਂ? ਉਹ ਇਸੇ ਤਰੀਕੇ ਦੇ ਨਾਲ ਹੀ, ਕਿਉਂਕਿ ਖੁਦ ਭਗਵੰਤ ਮਾਨ ਨੇ ਪਰਚਾ ਦਰਜ ਕਰਵਾਇਆ। खुद भगवंत मान ने देखो ये किसी मीडिया ने नहीं खबर लाई, किसी विरोधी धिर ने नहीं खबर चक्की। खुद भगवंत मान ने अपनी बाइट दे विच ये गल कही सी कि देखो जी ना तो यह खबर मीडिया नूं पता सी, देखो जी ना ये विरोधी पार्टियां नूं पता सी, मैनूं पता सी, मैं वैरीफाई किया, मेरे कोले साडा मंत्री जिहड़ा वो मन भी गया, उन्हें गलती कबूल कर ली है ते मैं उहदे ते परचा जिहड़ा दर्ज करवा रहा। जे तां विरोधियों ने इल्जाम लाए हुंदे जां कुछ होर करवाया हुंदा फिर तो आप कह देंगे कि भाई विजय सिंगला के खिलाफ जी साजिश हुई है, विरोधियों ने की है, मीडिया ने झूठी भूठी कोई खबर लाती, फिर वो परचा दर्ज होया, फिर तो आप कह देंगे। सगों ने खुद भगवंत मान ने यह गल्लां कहियां ਜਿਹੜੀਆਂ मैं तुहानूं दस के हटिया कि जे मैं कहते जे मैं चाहता तो मैं लको लैंदा ये पूरा मामला, पर मैं लकोया नहीं। मैं पंजाब के लोगों का एक भी पैसा जिहड़ा वो किसी प्राइवेट जेब दे विच नहीं जाण देना, रिश्वत के पैसे के रूप दे विच नहीं जाण देना। कहते कि मेरे कोले उन्होंने गलती मन्नी है तो मैं परचा दर्ज करने के हुक्म दिते ने ते मैं बर्खास्त कर रहा उन्होंने कैबिनेट के विचों। ये गल्लां जिहड़ियां उन्होंने कहियां सी। फिर विजय सिंगला बाहर आ जाते आ, बाहर आके वो सीधे तौर पर उदण दे चैलेंज करी जा रहे आ ते पार्टी दे वल्लों एज आ MLA अपने हलके दे विच जिहड़ियां वो मीटिंगां करी जांदे आ, अफसरां नूं मिली जांदे आ, लोकां दे नाल राबता भी कायम करी जांदे आ, पोलीटिकल एक्टिविटी पूर्ण तरीके दे नाल कर रहे आ। ਅਸੀਂ ਉਦੋਂ ਹੀ सवाल चुक दिते ਸੀਗੇ कि ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਆ ਮੁਸ਼ਕਲਾਤਾਂ ਆਮ ਆਦਮੀ ਪਾਰਟੀ ਦੀਆਂ ਵਧਣ ਵਾਲੀਆਂ ਨੇ। ਉਹੀ ਗੱਲ ਹੋਈ ਹੁਣ ਸੈਕਟਰੀਏਟ ਦੇ ਵਿੱਚ ਜਿਹੜੀ ਹੈ ਮੀਟਿੰਗ ਹੋ ਰਹੀ ਸੀ, ਕਹਿੰਦੇ ਐਸੋਸੀਏਸ਼ਨ ਮੀਟਿੰਗ, ਬਹੁਤ ਸਾਰੇ ਵਿਧਾਇਕ ਇਹਦੇ ਵਿੱਚ ਇਕੱਠੇ ਹੋਏ ਸੀ ਤੇ ਉਹਨਾਂ ਵਿਧਾਇਕਾਂ ਦੀ ਮੀਟਿੰਗ ਦੇ ਵਿੱਚ ਵਿਜੇ ਸਿੰਗਲਾ, ਜੇ ਲਖਵਿੰਦਰ ਜੀ ਤੁਸੀਂ ਆਪਣੀ ਟੀਮ ਨੂੰ ਫੋਟੋਆਂ ਬਿਲਕੁਲ ਮੈਂ ਟੀਮ ਨੂੰ ਬਿਲਕੁਲ ਕੁਮਰਵੀਰ ਪ੍ਰਤਾਪ ਬੈਠੇ ਆ, ਬਲਕਾਰ ਸਿੱਧੂ ਬੈਠੇ ਆ, ਹੋਰ ਬਹੁਤ ਸਾਰੇ MLA ਬੈਠੇ ਆ ਤੇ ਵਿੱਚ ਵਿਜੇ ਸਿੰਗਲਾ ਬਲਕਾਰ ਸਿੱਧੂ ਦੇ ਨਾਲ ਬੈਠੇ ਹੋਏ नज़र आ रहे हैं मीटिंग दे विच। ते विरोधी सवाल चुक रहे हैं कि कहते कि साडी सरकार दे अंदर, साडी पार्टी दे अंदर किसी भी करप्ट मंत्री जां करप्ट MLA की जगह है नहीं। ते खुद भगवंत मान ने यह गल कही सी कि इस MLA ने, इस मंत्री ने
ਮੇਰੇ ਕੋਲੇ ਗਲਤੀ ਮੰਨੀ ਹੈ ਤੇ ਫਿਰ ਇਹ ਮੀਟਿੰਗ ਦੇ ਵਿੱਚ ਬੈਠਾ ਕਿਵੇਂ ਹੈ? ਜੇ ਤੁਸੀਂ ਉਹਨੂੰ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ ਸੀ, ਜੇ ਤੁਹਾਡੇ ਕੋਲੇ ਉਹਨੇ ਗਲਤੀ ਮੰਨੀ ਸੀ, ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗੇ ਆ, ਤਾਂ ਫਿਰ ਤੁਸੀਂ ਉਸ ਨੂੰ ਕੈਬਨਿਟ ਵਿੱਚ ਬਰਖਾਸਤ ਕਰਨ ਤੋਂ ਬਾਅਦ 43 ਦਿਨ ਜੇਲ੍ਹ ਕੱਟਣ ਤੋਂ ਬਾਅਦ ਕਿਵੇਂ ਤੁਸੀਂ ਆਪਣੀਆਂ ਮੀਟਿੰਗਾਂ ਦੇ ਵਿੱਚ ਬੈਠਣ ਦੇ ਰਹੇ ਹੋ? ਕਿਵੇਂ ਆਪਣੇ ਵਿਧਾਇਕਾਂ ਦੇ ਨਾਲ ਉਹਨੂੰ ਮੀਟਿੰਗ ਕਰਨ ਦੇ ਰਹੇ ਹੋ? ਇੱਥੇ ਲੋਕ ਸਵਾਲ ਇਹ ਚੱਕ ਰਹੇ ਨੇ ਕਿ ਨਾ ਤਾਂ ਕੋਈ ਸਬੂਤ ਹੈ, ਨਾ ਹੀ ਕੋਈ ਗੱਲਬਾਤ ਸੀ, ਸਿਰਫ ਇੱਕ ਪੋਲੀਟੀਕਲ ਸਟੰਟ ਖੇਡਿਆ ਗਿਆ ਸੰਗਰੂਰ ਜਿਮਨੀ ਚੋਣ ਦੇ ਲਈ। ਇਹ ਜਿਹੜੀਆਂ ਗੱਲਾਂ ਲੋਕ ਕਹਿ ਰਹੇ ਨੇ, ਇਹ ਅਸੀਂ ਨਹੀਂ ਕਹਿ ਰਹੇ, ਇਹ ਗੱਲਾਂ ਲੋਕ ਕਹਿ ਰਹੇ ਨੇ। ਤੇ ਜੇ ਵਾਕਈ ਸੱਚਾਈ ਵਾਲੀ ਗੱਲ ਸੀਗੀ ਤਾਂ ਭਗਵੰਤ ਮਾਨ ਜਾਂ ਉਹਨਾਂ ਦੀ ਸਰਕਾਰ ਹਾਲੇ ਤੱਕ ਜਿਹੜੀ ਹੈ ਉਹ ਸਬੂਤ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਦਿੰਦੇ ਕਿ ਭਾਈ ਸਾਡੇ ਕੋਲੇ ਆਹ ਸਬੂਤ ਆਏ ਸੀ, ਇਹਦੇ ਕਰਕੇ ਅਸੀਂ ਵਿਜੇ ਸਿੰਗਲਾ ਨੂੰ ਜਿਹੜਾ ਫੜਾਇਆ ਸੀ। ਦੇਖੋ ਆਪਣੀ ਪਾਰਟੀ ਉਹਨਾਂ ਦੀ ਕਹਿ ਰਹੀ ਹੈ ਕਿ ਸਾਡੇ ਮੰਤਰੀ ਨੇ ਗਲਤੀ ਕੀਤੀ ਹੈ, ਅਸੀਂ ਉਹਦੇ ਤੇ ਪਰਚਾ ਦਰਜ ਕਰਾਤਾ। ਵਿਰੋਧੀ ਕਹਿ ਰਹੇ ਨੇ ਕਿ ਨਹੀਂ ਇਦਾਂ ਦੀ ਕੋਈ ਗਲਤੀ ਹੋਈ, ਇਹ ਨੰਬਰ ਬਣਾ ਰਹੇ ਨੇ, ਜਦ ਕਿ ਵਿਰੋਧੀ ਸਗੋਂ ਦੀ ਇਲਜ਼ਾਮ ਲਾਉਂਦੇ ਹੁੰਦੇ ਆ ਸਰਕਾਰ ਬਚਾ ਕਰਦੀ ਹੁੰਦੀ ਆ। ਇੱਥੇ ਕੰਮ ਉਲਟਾ ਲੱਗਿਆ। ਸਰਕਾਰ ਕਹਿੰਦੀ ਕਿ ਸਾਡੇ ਮੰਤਰੀ ਨੇ ਗਲਤੀ ਕੀਤੀ ਹੈ, ਵਿਰੋਧੀ ਕਹਿੰਦੇ ਨਹੀਂ ਹੋਈ, ਤੇ ਜੇ ਕੀਤੀ ਆ ਤਾਂ ਫਿਰ ਸਬੂਤ ਦਿਓ। ਸਰਕਾਰ ਸਬੂਤ ਹੀ ਨਹੀਂ ਦੇ ਪਾ ਰਹੀ। ਤੇ ਜੇ ਉਹ ਬਾਹਰ ਆ ਗਏ ਨੇ ਤਾਂ ਹੁਣ ਲਖਵਿੰਦਰ ਜੀ ਉਹ ਮੀਟਿੰਗਾਂ ਦੇ ਵਿੱਚ ਬੈਠ ਰਹੇ ਨੇ। ਤੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜ਼ੀਰੋ ਟੋਲਰੈਂਸ ਤੇ ਜਿਹੜਾ ਕੰਮ ਕਰਨਾ ਹੈ, ਸਿੱਧੂ ਸਾਹਿਬ ਕੱਲਾ ਲੋਕਾਂ ਨੂੰ ਜਵਾਬ ਨਹੀਂ ਦੇ ਸਕੀ, ਕੋਰਟ ਦੇ ਵਿੱਚ ਵੀ ਸਰਕਾਰੀ ਵਕੀਲ ਕੋਈ ਪੁਖਤਾ ਸਬੂਤ ਜੇ ਆਪਾਂ ਕਹੀਏ ਪੇਸ਼ ਨਹੀਂ ਕਰ ਸਕੇ, ਜਿਸ ਕਾਰਨ ਉਹਨਾਂ ਨੂੰ ਇਹ ਜ਼ਮਾਨਤ ਮਿਲੀ ਹੈਗੀ। ਨਹੀਂ, ਉਹੀ ਮੈਂ ਗੱਲ ਲਖਵਿੰਦਰ ਜੀ ਕਰ ਰਿਹਾ ਨਾ ਜੀ, ਉਹੀ ਮੈਂ ਗੱਲ ਕਰ ਰਿਹਾ। ਠੀਕ ਹੈ, ਸਬੂਤ ਨਹੀਂ ਦੇ ਸਕੇ, ਉਹ ਆਪਾਂ ਦੱਸਿਆ ਦਰਸ਼ਕਾਂ ਨੂੰ ਉਸ ਦਿਨ ਸਾਰੇ ਪ੍ਰੋਗਰਾਮਾਂ ਦੇ ਵਿੱਚ, ਜਿਹਦੇ ਕਰਕੇ ਜ਼ਮਾਨਤ ਜਿਹੜੀ ਉਹਨਾਂ ਨੂੰ ਮਿਲੀ ਹੈ। ਚਲੋ ਸਬੂਤ ਹੀ ਦੇ ਨਹੀਂ ਸਕੇ, ਤੁਹਾਡੇ ਕੋਲੇ ਬੜੇ ਬਹਾਨੇ ਹੋ ਸਕਦੇ ਆ ਕਿ ਅੰਦਰ ਟੈਕਨੀਕਲੀ ਕੋਈ ਗੱਲਾਂ ਹੋ ਗਈਆਂ ਜਿਹਦੇ ਕਰਕੇ ਉਹਨਾਂ ਨੂੰ ਜਿਹੜੀ ਅਦਾਲਤ ਦੇ ਵਿੱਚੋਂ ਜ਼ਮਾਨਤ ਮਿਲ ਗਈ। ਹੁਣ ਤੁਸੀਂ ਉਹ ਸਰਕਾਰ ਨੂੰ ਚਲਾ ਰਹੇ ਹੋ ਜਿਹੜੀ ਤੁਹਾਡੀ ਆਪਣੀ ਸਰਕਾਰ ਹੈ, ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਕਰਪਸ਼ਨ ਨੂੰ ਲੈ ਕੇ ਜ਼ੀਰੋ ਟੋਲਰੈਂਸ ਤੇ ਚੱਲ ਰਹੇ ਹਾਂ, ਤੇ ਦੂਜੀ ਨਾਲ ਹੀ ਨਾਲ ਉਹਨਾਂ ਨੇ ਤੁਸੀਂ ਇਹ ਵੀ ਗੱਲ ਕਹਿੰਦੇ ਰਹੇ ਹੋ ਕਿ ਇਸ ਮੰਤਰੀ ਦੀ ਅਸੀਂ ਗਲਤੀ ਮਨਵਾਈ ਹੈ, ਇਸ ਮੰਤਰੀ ਦੇ ਖਿਲਾਫ ਸਾਡੇ ਕੋਲ ਸਬੂਤ ਹੈ। ਤੇ ਫਿਰ ਜੇ ਤੁਸੀਂ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ, ਫਿਰ ਤੁਸੀਂ ਉਹਨੂੰ ਪਾਰਟੀ ਚੋਂ ਕਿਉਂ ਨਹੀਂ ਕੱਢ ਰਹੇ? ਚਲੋ ਜੇ ਪਾਰਟੀ ਦੇ ਵਿੱਚੋਂ ਕਿਉਂ ਨਹੀਂ ਕੱਢੇ, ਉਹ ਲਗਾਤਾਰ ਤੁਹਾਡੀ ਸਰਕਾਰ ਦੀ ਨੁਮਾਇੰਦਗੀ ਕਰ ਰਿਹਾ, ਤੁਹਾਡੀ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡੀ ਪਾਰਟੀ ਦੇ ਅੰਦਰ ਜਿਹੜੇ ਕਰਪਟ ਬੰਦੇ ਦੀ ਕੋਈ ਜਗ੍ਹਾ ਹੈ ਨਹੀਂਗੀ, ਤਾਂ ਫਿਰ ਕਿਵੇਂ ਇਹ ਤੁਹਾਡੀ ਸਰਕਾਰੀ ਮੀਟਿੰਗਾਂ ਦੇ ਵਿੱਚ ਬੈਠੀ ਜਾਂਦਾ ਦੂਜੇ ਵਿਧਾਇਕਾਂ ਨੇ ਆ ਕੇ? ਕਿਵੇਂ ਉਹ ਤੁਹਾਡੀ ਜਿਹੜੀ ਪਾਰਟੀ ਦੇ ਨਾਂ ਤੇ ਜਿਹੜਾ ਤੁਹਾਡੇ ਕੰਮਕਾਜ ਉਹ ਕਰੀ ਜਾ ਰਿਹਾ? ਤਾਂ ਇੱਕ ਪਾਸੇ ਹੁਣ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਜਾ ਕੇ ਜਾਂ ਹਿਮਾਚਲ ਦੇ ਵਿੱਚ ਜਾ ਕੇ ਇਹ ਤਾਂ ਗੱਲਾਂ ਦੱਸ ਰਹੇ ਆ ਕਿ ਭਾਈ ਅਸੀਂ ਉੱਥੇ ਕਰਪਸ਼ਨ ਖਤਮ ਕਰ ਦਿੱਤੀ ਹੈ, ਦੇਖ ਲਓ ਜੀ ਅਸੀਂ ਉੱਥੇ ਆਪਣਾ ਮੰਤਰੀ ਵੀ ਨਹੀਂ ਬਖਸ਼ਿਆ। ਬੜੇ ਐਮਐਲਏ ਬੜੇ ਮੰਤਰੀਆਂ ਸਣੇ ਮੁੱਖ ਮੰਤਰੀ ਨੇ ਇਹ ਗੱਲ ਕਹਿਤੀ ਕਿ ਦੱਸੋ ਭਾਈ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਵੇ ਜਿਹਨੇ ਕਦੇ ਕਿਸੇ ਨੇ ਆਪਣਾ ਮੰਤਰੀ ਉਹ ਟੰਗਤਾ ਹੋਵੇ। ਹੁਣ ਜੇ ਮੰਤਰੀ ਟੰਗਤਾ ਤੇ ਫਿਰ ਉਸੇ ਮੰਤਰੀ ਨੂੰ ਮੀਟਿੰਗਾਂ ਦੇ ਵਿੱਚ ਬਿਠਾ ਕਿਉਂ ਰਹੇ ਹੋ? ਲੋਕ ਤੇ ਵਿਰੋਧੀ ਇਸ ਚੀਜ਼ ਦਾ ਸਵਾਲ ਮੰਗ ਰਹੇ ਨੇ ਕਿ ਉਸ ਮੰਤਰੀ ਨੂੰ ਫਿਰ ਤੁਸੀਂ ਪਾਰਟੀ ਚੋਂ ਬਾਹਰ ਕਰਦੇ ਕਿਉਂ ਨਹੀਂ ਹੈ? ਉਸ ਐਮਐਲਏ ਨੂੰ ਪਾਰਟੀ ਚੋਂ ਬਾਹਰ ਕਰਦੇ ਕਿਉਂ ਨਹੀਂ? ਕਿਉਂ ਤੁਸੀਂ ਫਿਰ ਉਹਨਾਂ ਨੂੰ ਦੂਜੇ ਐਮਐਲਏ ਦੇ ਨਾਲ ਕਰਪਟ ਬੰਦੇ ਨੂੰ ਬਿਠਾਇਆ ਹੋਇਆ? ਜਾਂ ਫਿਰ ਤੁਸੀਂ ਕਹਿ ਦਿਓ ਕਿ ਅਸੀਂ ਸਟੰਟ ਕੀਤਾ ਸੀ, ਜਾਂ ਫਿਰ ਤੁਸੀਂ ਕਹਿ ਦਿਓ ਕਿ ਸਾਡੇ ਕੋਲੇ ਸਬੂਤ ਨਹੀਂ ਸੀ, ਜਾਂ ਫਿਰ ਤੁਸੀਂ ਕਹਿ ਦਿਓ ਕਿ ਅਸੀਂ ਜਿਹੜੇ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਜਿਹੜਾ ਇੱਕ ਚੀਜ਼ ਕੀਤੀ ਸੀ। ਜੀ ਜੋ ਚਲੋ ਸਰਕਾਰ ਜੋ ਮਰਜ਼ੀ ਕਰ ਰਹੀ ਹੈ ਜੀ। ਦੂਸਰੀ ਗੱਲ ਹੈ ਜਿਹੜੀ ਫੋਟੋ ਸਾਡੇ ਦਰਸ਼ਕ ਦੇਖ ਰਹੇ ਨੇ, ਇਹ ਖੁਦ ਫੋਟੋ ਜਿਹੜੀ ਉਹ ਵਿਜੇ ਸਿੰਗਲਾ ਜੀ ਨੇ ਪੋਸਟ ਕੀਤੀ ਵੀ ਹੈਗੀ ਸੋਸ਼ਲ ਅਕਾਊਂਟ ਦੇ ਉੱਪਰ ਆਪਣੇ। ਉਹ ਇਸ ਫੋਟੋ ਨੂੰ ਵਾਇਰਲ ਕਰਕੇ ਜਾਂ ਲੋਕਾਂ ਨੂੰ ਦਿਖਾ ਕੇ ਆਖਰ ਦਰਸਾਉਣਾ ਕੀ ਚਾਹੁੰਦੇ ਨੇ? ਕੀ ਮਕਸਦ ਕੀ ਹੋ ਸਕਦਾ ਇਹ ਫੋਟੋ ਲੋਕਾਂ ਤੱਕ ਪਹੁੰਚਾਉਣ ਦਾ? ਕੀ ਸਿੱਧੂ ਕਿਵੇਂ ਦੇਖ ਰਹੇ ਤੁਸੀਂ ਇਸ ਪਿਕਚਰ ਨੂੰ? ਦੇਖੋ ਲਖਵਿੰਦਰ ਜੀ, ਇਹ ਤਾਂ ਜਿਹੜੀ ਗੱਲ ਸਾਫ਼ ਆ ਨਾ, ਉਹ ਦੱਸ ਰਿਹਾ ਕੀ ਕਹਿੰਦੇ ਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਨਹੀਂ ਕੀ ਉਹ ਇਹ ਦਿਖਾਉਣਾ ਚਾਹੁੰਦੇ ਨੇ ਵੀ ਜੋ ਮੇਰੀ ਸ਼ਾਖ ਪਹਿਲਾਂ ਸੀਗੀ ਸਰਕਾਰ ਦੇ ਵਿੱਚ। ਮੈਂ ਉਹੀ ਤੁਹਾਨੂੰ ਦੱਸਾਂ ਲਖਵਿੰਦਰ ਜੀ, ਬਹੁਤ ਸਾਰੇ ਜਦੋਂ ਤੁਹਾਡੇ ਵਿਰੋਧੀ ਹੁੰਦੇ ਆ, ਤੁਹਾਡੇ ਆਲੇ ਦੁਆਲੇ ਗੱਲਾਂ ਕਰਨ ਵਾਲੇ ਹੁੰਦੇ ਆ ਕਿ ਇਹਦੀ ਤਾਂ ਹੁਣ ਗੱਲਬਾਤ ਰਹੀ ਨਹੀਂ, ਇਹਨਾਂ ਦਾ ਪਾਰਟੀ ਨੇ ਜਿਹੜਾ ਜ਼ੀਰੋ ਕਰਤਾ ਜਮਾਂ ਹੀ। ਉਹਨਾਂ ਲੋਕਾਂ ਦੇ ਮੂੰਹ ਚੁੱਪ ਕਰਾਉਣ ਦੇ ਲਈ ਉਹਨੇ ਸਾਫ਼ ਤੌਰ ਤੇ ਜਿਹੜੀ ਉਹ ਫੋਟੋ ਪਾਈ ਆ ਕਿ ਭਾਈ ਮੈਂ ਪਾਰਟੀ ਦੇ ਵਿੱਚ ਉਵੇਂ ਤਰੀਕੇ ਦੇ ਨਾਲ ਬੈਠਾ ਹੋਇਆ। ਬਿਲਕੁਲ ਲਖਵਿੰਦਰ ਜੀ ਤੁਸੀਂ ਸਹੀ ਗੱਲ ਕੀਤੀ ਆ, ਜਿਹੜੀ ਚੀਜ਼ ਉਹ ਦਿਖਾਉਣਾ ਚਾਹੁੰਦਾ ਸੀ ਉਹੀ ਚੀਜ਼ ਤੁਸੀਂ ਦੱਸ ਰਹੇ ਹੋ। ਉਹ ਦਿਖਾਉਣਾ ਚਾਹੁੰਦਾ ਹੈ ਕਿ ਭਾਈ ਮੇਰੀ ਪਾਰਟੀ ਦੇ ਅੰਦਰ ਹਾਲੇ ਵੀ ਉਨੀ ਚੜਾਈ ਹੈ, ਮੈਂ ਐਡੀ ਵੱਡੀ ਗਲਤੀ ਵੀ ਕਰ ਲਈ ਹੈ, ਫਿਰ ਵੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਿਹਾ, ਫਿਰ ਪਾਰਟੀ ਦੀਆਂ ਮੀਟਿੰਗਾਂ 'ਚ ਜਾ ਰਿਹਾ, ਮੈਨੂੰ ਕੋਈ ਰੋਕ ਟੋਕ ਨਹੀਂ, ਮੈਨੂੰ ਕੋਈ ਗੱਲਬਾਤ ਨਹੀਂ। ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਸਿੱਧੇ ਤੌਰ ਤੇ ਉਹ ਚੈਲੰਜ ਕਰ ਰਿਹਾ ਕਿ ਭਾਈ ਕੋਈ ਦੱਸੇ ਤਾਂ ਸਹੀ ਕਿ ਮੇਰੇ ਖਿਲਾਫ ਕੋਈ 1 ਰੁਪਏ ਦੀ ਕੋਈ ਸ਼ਿਕਾਇਤ ਹੋਵੇ, ਮੇਰੇ ਖਿਲਾਫ ਕੋਈ ਦੱਸੇ ਕਿ ਮੈਂ ਕਿਸੇ ਤੋਂ 1 ਰੁਪਈਆ ਵੀ ਲਿਆ ਹੋਵੇ।
ਇਹ ਜਿਹੜੀਆਂ ਗੱਲਾਂ ਉਹ ਸਿੱਧੇ ਤੌਰ ਤੇ ਕਹਿ ਰਿਹਾ। ਪਰ ਹੁਣ ਗੱਲ ਇਹ ਹੈ ਕਿ ਭਗਵੰਤ ਮਾਨ ਜੀ ਜੇ ਉਹ ਚੈਲੰਜ ਕਰ ਰਿਹਾ ਤਾਂ ਉਹ ਚੈਲੰਜ ਮੈਨੂੰ ਜਾਂ ਕਿਸੇ ਹੋਰ ਮੀਡੀਆ ਕਰਮੀ ਨੂੰ ਨਹੀਂ, ਜਾਂ ਫਿਰ ਵਿਰੋਧੀ ਪਾਰਟੀਆਂ ਨੂੰ ਨਹੀਂ, ਸਿੱਧਾ ਤੁਹਾਨੂੰ ਚੈਲੰਜ ਕਰ ਰਿਹਾ, ਕਿਉਂਕਿ ਤੁਸੀਂ ਪਰਚਾ ਦਰਜ ਕਰਵਾਇਆ ਸੀ ਉਹਦੇ ਤੇ। ਤੁਸੀਂ ਕਿਹਾ ਸੀ ਕਿ ਮੇਰੇ ਕੋਲੇ ਉਹ ਮੰਨਿਆ, ਤੁਸੀਂ ਕਿਹਾ ਸੀ ਕਿ ਮੇਰੇ ਕੋਲੇ ਸਬੂਤ ਨੇ, ਤੁਸੀਂ ਕਿਹਾ ਸੀ ਕਿ ਮੈਂ ਘੋਖ ਪੜਤਾਲ ਕੀਤੀ ਹੈ। ਤਾਂ ਉਹ ਚੈਲੰਜ ਕਿਸੇ ਹੋਰ ਨੂੰ ਨਹੀਂ, ਕਿਸੇ ਮੀਡੀਆ ਦੇ ਅਦਾਰੇ ਨੂੰ ਨਹੀਂ, ਕਿਸੇ ਜਿਹੜੀ ਆ ਕਿਸੇ ਹੋਰ ਵਿਰੋਧੀ ਪਾਰਟੀ ਨੂੰ ਨਹੀਂ, ਸਿੱਧਾ ਭਗਵੰਤ ਮਾਨ ਨੂੰ ਹੈ। ਹੁਣ ਦੇਖਣਾ ਇਹ ਹੈ ਕਿ ਗਲਤ ਭਗਵੰਤ ਮਾਨ ਸੀ ਜਾਂ ਗਲਤ ਵਿਜੇ ਸਿੰਗਲਾ ਹੈ, ਤੇ ਜੇ ਦੋਵਾਂ ਚੋਂ ਇੱਕ ਗਲਤ ਸੀ ਫਿਰ ਗਲਤੀ ਮੰਨਦਾ ਕੌਣ ਹੈ ਤੇ ਅੱਗੇ ਖਮਿਆਜਾ ਲੋਕਾਂ ਦੇ ਵਿੱਚ ਕੀ ਭੁਗਤਣਗੇ, ਉਹ ਜਿਹੜੀਆਂ ਗੱਲਾਂ ਦੇਖਣ ਵਾਲੀਆਂ ਨੇ। ਆਮ ਆਦਮੀ ਪਾਰਟੀ ਨੂੰ ਫਿਲਹਾਲ ਸਾਫ਼ ਕਰਨਾ ਪਊਗਾ, ਔਰ ਸਾਡੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਤੇ ਇਹਨਾਂ ਤੋਂ ਸਵਾਲ ਪੁੱਛੇ ਜਾਣ, ਜਿੱਥੇ ਤੁਹਾਨੂੰ ਮਿਲਦੇ ਉਹਨਾਂ ਤੋਂ ਪੁੱਛਿਆ ਜਾਵੇ। ਕੋਈ ਐਮਐਲਏ ਕੋਈ ਮੰਤਰੀ ਜਿਹੜਾ ਮਿਲਦਾ ਇਹਨਾਂ ਨੂੰ ਜਵਾਬਦੇਹ ਬਣਾਓ, ਇਹਨਾਂ ਨੂੰ ਪੁੱਛੋ ਕਿ ਭਾਈ ਜਿਹੜਾ ਮੰਤਰੀ ਤੁਸੀਂ ਜੇਲ੍ਹ ਦੇ ਵਿੱਚ ਡੱਕਿਆ ਸੀ ਕਰਪਸ਼ਨ ਨੂੰ ਲੈ ਕੇ, ਉਹ ਅੱਜ ਤੁਹਾਡੀ ਪਾਰਟੀ ਦੇ ਕੰਮ ਕਿਵੇਂ ਕਰਦਾ ਫਿਰਦਾ, ਤੁਹਾਡੀ ਪਾਰਟੀਆਂ ਦੀ ਮੀਟਿੰਗਾਂ ਦੇ ਵਿੱਚ ਕਿਵੇਂ ਬੈਠਦਾ ਫਿਰਦਾ। ਤੁਸੀਂ ਕਹਿੰਦੇ ਹੋ ਕਿ ਸਾਡੀ ਪਾਰਟੀ 'ਚ ਇਹੋ ਜਿਹੇ ਬੰਦੇ ਦੀ ਕੋਈ ਜਗ੍ਹਾ ਨਹੀਂ, ਸਾਡੀ ਸਰਕਾਰ 'ਚ ਇਹੋ ਜਿਹੇ ਬੰਦੇ ਦੀ ਜਗ੍ਹਾ ਨਹੀਂ, ਤਾਂ ਫਿਰ ਇਹ ਕਿਵੇਂ ਬੈਠ ਰਿਹਾ? ਕਿ ਤੁਸੀਂ ਸਾਨੂੰ ਬੇਵਕੂਫ ਬਣਾਇਆ ਸੀ, ਜਾਂ ਤੁਸੀਂ ਗਲਤ ਹੋ, ਜਾਂ ਵਿਜੇ ਸਿੰਗਲਾ ਗਲਤ ਸੀ? ਇਹ ਜਿਹੜੀਆਂ ਗੱਲਾਂ ਦੇ ਸਵਾਲ ਜਿਹੜੇ ਦੇਣੇ ਪੈਣਗੇ, ਤੇ ਜੇ ਨਾ ਦਿੱਤੇ ਤਾਂ ਫਿਰ ਲੋਕ ਜਿਹੜਾ ਕੁਝ ਸਮਝ ਰਹੇ ਆ ਲਖਵਿੰਦਰ ਜੀ ਕਿ ਇਹ ਨਾਟਕ ਹੋਇਆ ਸਭ ਕੁਝ ਜਿਮਨੀ ਚੋਣ ਦੇ ਲਈ, ਉਹ ਫਿਰ ਗੱਲਾਂ ਜਿਹੜੀਆਂ ਉਹ ਸੱਚੀਆਂ ਹੀ ਮੰਨੀਆਂ ਜਾਣਗੀਆਂ। ਬਿਲਕੁਲ ਜੀ ਬਿਲਕੁਲ। ਜੇ ਤਾਂ ਇੱਥੇ ਵਿਜੇ ਸਿੰਗਲਾ ਜੀ ਝੂਠੇ ਸਾਬਤ ਹੁੰਦੇ ਨੇ ਤਾਂ ਉਹ ਪਹਿਲਾਂ ਹੀ ਸਜ਼ਾ ਭੁਗਤ ਚੁੱਕੇ ਨੇ, 43 ਦਿਨ ਦੀ ਜੇਲ੍ਹ ਵੀ, ਸ਼ਾਇਦ ਦਾ ਨੁਕਸਾਨ ਜ਼ਿਆਦਾ ਨਾ ਹੋਵੇ। ਲੇਕਿਨ ਸਿੱਧੂ ਸਾਹਿਬ ਜੇ ਇਸ ਮਾਮਲੇ ਦੇ ਵਿੱਚ ਭਗਵੰਤ ਸਿੰਘ ਮਾਨ ਝੂਠੇ ਪੈ ਗਏ, ਉਹ ਵਰੀ ਹੋ ਕੇ ਆ ਗਏ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਇਸ ਦਾ ਭੁਗਤਣਾ ਪੈ ਸਕਦਾ ਹੈ। ਇਲੈਕਸ਼ਨ ਦੀ ਗੱਲ ਛੱਡੋ, ਆਉਣ ਵਾਲੇ ਪੰਜਾਬ ਦੇ ਅਗਲੇਰੇ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਬੜੀ ਬੁਰੀ ਤਰੀਕੇ ਨਾਲ ਗੂੰਜੇਗਾ ਜੇਕਰ ਭਗਵੰਤ ਸਿੰਘ ਮਾਨ ਇਸ ਮਾਮਲੇ 'ਚ ਝੂਠੇ ਸਾਬਤ ਹੋ ਗਏ। ਬਿਲਕੁਲ। ਤੇ ਦੂਸਰੇ ਪਾਸੇ ਗੱਲ ਇੱਕ ਹੋਰ ਆਪਾਂ ਆਮ ਆਦਮੀ ਪਾਰਟੀ ਦੀ ਮੰਤਰੀ ਤੋਂ ਬਾਅਦ ਵਿਧਾਇਕ ਦੀ ਕਰੀਏ, ਜਿਨ੍ਹਾਂ ਦੇ ਉੱਪਰ ਹੁਣ ਫਿਰ ਤੋਂ ਕਰਪਸ਼ਨ ਦੇ ਚਾਰजेस ਲੱਗੇ ਨੇ, ਤੇ ਕੌਣ ਨੇ ਉਹ ਵਿਧਾਇਕ, ਕਿਸ ਤਰ੍ਹਾਂ ਦਾ ਪੂਰਾ ਮਾਮਲਾ ਹੈ, ਤੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਹੋਣ ਲੱਗੀ ਹੈ। ਲੇਕਿਨ ਇਲਜ਼ਾਮ ਇਹ ਕਲੀਅਰ ਹੈ, ਇੱਕ ਆਡੀਓ ਬੜੀ ਵਾਇਰਲ ਹੋਈ ਹੈਗੀ ਕਿ ਇਲਜ਼ਾਮ ਲੱਗੇ ਨੇ ਕਰਪਸ਼ਨ ਦੇ। ਪੂਰਾ ਮਾਮਲਾ ਕੀ ਹੈ, ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਦੇ ਖਿਲਾਫ? ਮਾਮਲਾ ਲਖਵਿੰਦਰ ਜੀ ਇਹ ਹੈ ਕਿ ਇੱਕ ਆਡੀਓ ਸੋਸ਼ਲ ਮੀਡੀਆ ਤੇ ਸਵੇਰ ਦੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਦੋ ਵਿਅਕਤੀ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ। ਇੱਕ ਤਾਂ ਪੁਲਿਸ ਦਾ ਮੁਲਾਜ਼ਮ ਜਿਹੜਾ ਬਲਟਾਣਾ ਚੌਂਕੀ ਦਾ ਸਾਬਕਾ ਚੌਂਕੀ ਇੰਚਾਰਜ ਵਰਮਾ ਸਿੰਘ ਹੈ, ਔਰ ਇੱਕ ਆਮ ਆਦਮੀ ਪਾਰਟੀ ਦਾ ਹੀ ਵਰਕਰ ਵਿਕਰਮ ਧਵਨ ਹੈ। ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਆ। ਉਹ ਕਹਿੰਦਾ, ਵਿਕਰਮ ਧਵਨ ਥਾਣੇਦਾਰ ਨੂੰ ਕਹਿੰਦਾ, ਜਿਹੜਾ ਚੌਂਕੀ ਇੰਚਾਰਜ ਲੱਗਿਆ ਹੋਇਆ ਸੀ ਉੱਤੇ, ਕਹਿੰਦਾ ਮੈਂ ਤੁਹਾਨੂੰ ਮਿਲਣ ਆਇਆ ਸੀ ਥਾਣੇ, ਤਾਂ ਤੁਸੀਂ ਕਿੱਥੇ ਸੀ ਕਿ ਮੈਨੂੰ ਪਤਾ ਲੱਗਿਆ ਕਿ ਤੁਹਾਡਾ ਤਬਾਦਲਾ ਹੋ ਗਿਆ। ਤਾਂ ਅੱਗੋਂ ਥਾਣੇਦਾਰ ਕਹਿੰਦਾ ਕਿ ਹਾਂ ਯਾਰ ਮੇਰਾ ਤਬਾਦਲਾ ਤਾਂ ਜਿਹੜਾ ਹੋ ਹੀ ਜਾਣਾ ਸੀਗਾ, ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਐਮਐਲਏ ਜਿਹੜਾ ਉਹ 1 ਲੱਖ ਰੁਪਈਆ ਮੰਗਦਾ। ਤੇ ਐਮਐਲਏ ਨੇ ਆਪਣਾ ਜਿਹੜਾ ਪੀਏ ਨਿਤਿਨ ਲੂਥਰਾ ਜੀ ਦਾ ਨਾਮ ਦੱਸ ਰਿਹਾ ਉਸ ਆਡੀਓ ਦੇ ਵਿੱਚ ਕਿ ਨਿਤਿਨ ਲੂਥਰੇ ਨੂੰ ਜਿਹੜਾ ਭੇਜਿਆ ਸੀ 1 ਲੱਖ ਰੁਪਈਆ ਲੈਣ, ਉਹ ਆ ਕੇ ਕਹਿੰਦਾ ਕਿ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ, ਤੁਹਾਡੀ ਐਮਐਲਏ ਸਾਹਿਬ ਦੇ ਨਾਲ ਗੱਲ ਹੋਈ ਹੋਊਗੀ, 1 ਲੱਖ ਰੁਪਈਆ ਲੈ ਕੇ ਜਾਣਾ। ਤੇ ਕਹਿੰਦਾ ਮੈਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਇੰਨੇ ਜੋਗਾ ਹੈ ਹੀ ਨਹੀਂ, ਮੈਂ ਕਿਵੇਂ ਤੁਹਾਨੂੰ ਇੰਨੇ ਪੈਸੇ ਕਿੱਥੋਂ ਦੇ ਦੂੰਗਾ। ਤਾਂ ਉਹ ਜਿਹੜੀਆਂ ਗੱਲਾਂ ਸਾਰੀਆਂ ਕਹੀਆਂ ਗਈਆਂ ਜਿਹਦੇ ਵਿੱਚ ਇਲਜ਼ਾਮ ਲੱਗੇ, ਉਸ ਤੋਂ ਬਾਅਦ ਉਹਦੀ ਟਰਾਂਸਫਰ ਕੀਤੀ ਗਈ। 1 ਲੱਖ ਰੁਪਈਆ ਨਾ ਦੇਣ ਦੇ ਕਰਕੇ ਉਹ ਟਰਾਂਸਫਰ ਕੀਤੀ ਗਈ, ਜਿਹਦੇ ਵਿੱਚ ਉਸ ਆਡੀਓ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਉਜਾਗਰ ਹੋਈਆਂ। ਤਾਂ ਉਹ ਥਾਣੇਦਾਰ ਇਹ ਵੀ ਕਹਿ ਰਿਹਾ ਕਿ ਯਾਰ ਕਿਸੇ ਪੀਏ ਦੀ ਕੀ ਜ਼ਰੂਰਤ ਹੈ ਕਿ ਐਮਐਲਏ ਦਾ ਨਾਮ ਲੈ ਕੇ, ਕਿਉਂਕਿ ਜੋ ਆਮ ਆਦਮੀ ਪਾਰਟੀ ਨੇ ਆਪਣੇ ਵੱਲੋਂ ਇੱਕ ਮਾਹੌਲ ਬਣਾਇਆ ਹੋਇਆ ਕਿ ਅਸੀਂ ਜ਼ੀਰੋ ਟੋਲਰੈਂਸ ਤੇ ਚੱਲ ਰਹੇ ਹਾਂ, ਅਸੀਂ ਆਪਦਾ ਮੰਤਰੀ ਨਹੀਂ ਬਖਸ਼ਿਆ। ਹਾਲਾਂਕਿ ਉਹ ਮੰਤਰੀ ਅੱਜ ਵੀ ਮੀਟਿੰਗਾਂ 'ਚ ਬੈਠ ਰਿਹਾ ਹੈ ਕਿ ਅਸੀਂ ਜੋ ਐਮਐਲਏ ਹੈ ਕਿ ਅਸੀਂ ਆਪਣਾ ਮੰਤਰੀ ਨਹੀਂ ਬਖਸ਼ਿਆ, ਉਹ ਚੱਕਤਾ। ਤੇ ਉਸੇ ਹੀ ਪਾਰਟੀ ਦੇ ਐਮਐਲਏ ਦਾ ਇੱਕ ਪੀਏ ਜਾ ਕੇ ਸ਼ਰੇਆਮ ਇੱਕ ਚੌਂਕੀ ਇੰਚਾਰਜ ਤੋਂ ਜਾ ਕੇ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਤਾਂ ਇਹ ਜਿਹੜੇ ਸਵਾਲ ਤਾਂ ਫਿਰ ਉੱਠਣੇ ਹੀ ਸੀਗੇ। ਉਹ ਕਹਿੰਦੇ ਕਿ ਇਹ ਖੇਡ ਪਈ ਆ, ਮੈਂ ਕਿੱਥੋਂ ਲੱਖ ਰੁਪਈਆ ਦੇਣਾ, ਤਾਂ ਮੈਂ ਨਹੀਂ ਇਹ ਦੇ ਸਕਦਾ। ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਟਰਾਂਸਫਰ ਹੋ ਗਈ। ਉਹ ਕਹਿੰਦੇ ਕਿ ਪੀਏ ਦੀ ਕੀ ਜ਼ਰੂਰਤ ਹੈ ਕਿ ਐਮਐਲਏ ਨੂੰ ਪਤਾ ਨਾ ਹੋਵੇ ਤੇ ਉਹ ਆ ਕੇ ਪੈਸੇ ਮੰਗ ਲਵੇ। ਯਾਨੀ ਕਿ ਸਿੱਧੇ ਤੌਰ ਤੇ ਦੋਵੇਂ ਕਾਲ ਰਿਕਾਰਡਿੰਗ ਦੇ ਵਿੱਚ ਵਿਕਰਮ ਧਵਨ ਤੇ ਚੌਂਕੀ ਇੰਚਾਰਜ ਸਾਬਕਾ ਚੌਂਕੀ ਇੰਚਾਰਜ ਵਰਮਾ ਸਿੰਘ ਜਿਹੜੇ ਆ ਐਮਐਲਏ ਤੇ ਇਲਜ਼ਾਮ ਲਾਉਂਦੇ ਦਿਖਾਈ ਦਿੱਤੇ, ਜਿਹੜੇ ਕਿ ਡੇਰਾ ਬੱਸੀ ਤੋਂ ਐਮਐਲਏ ਕੁਲਜੀਤ ਰੰਧਾਵਾ ਨੇ। ਉਹੀ ਰੰਧਾਵਾ ਜਿਨ੍ਹਾਂ ਨੇ ਇੱਕ ਚੌਂਕੀ ਇੰਚਾਰਜ ਨੂੰ ਜਾ ਕੇ ਦਾਰੂ ਪੀਂਦਿਆਂ ਵੀ ਫੜਿਆ ਸੀ, ਕਈ ਛਾਪੇ ਮਾਰਦੇ ਵੀ ਨਜ਼ਰ ਆਏ ਸੀ। ਹੁਣ ਉਹਨਾਂ ਦੇ ਪੀਏ ਦੇ ਥਰੂ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਰਿਸ਼ਵਤ ਉਹ ਮੰਗ ਰਹੇ ਸੀ, ਤੇ ਰਿਸ਼ਵਤ ਨਾ ਦੇਣ ਦੇ ਕਰਕੇ ਜਿਹੜਾ ਉਹਨਾਂ ਤੇ ਜਿਹੜੇ ਹੈ ਚੌਂਕੀ ਇੰਚਾਰਜ ਦਾ ਤਬਾਦਲਾ ਜਿਹੜਾ ਉਹ ਕਰਾ ਦਿੱਤਾ ਗਿਆ। ਇਹ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਲਖਵਿੰਦਰ ਜੀ, ਇਹ ਬੜੀ ਕਹਾਣੀ ਜਿਹੜੀ ਦਿਲਚਸਪ ਹੈ, ਕਿਉਂਕਿ
ਪਹਿਲਾਂ ਮੰਤਰੀ ਠੋਕਿਆ, ਹੁਣ ਇੱਕ MLA ਦੀ ਆਡੀਓ ਦੇਖੋ ਜੋ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਜੀ, ਜੋ ਕਹੀ ਗਈ ਹੈ ਕਿ ਨਿਤਿਨ ਲੂਥਰਾ ਜਿਹੜਾ PA ਆ MLA ਦਾ, ਉਹ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਜਾ ਕੇ ਜਿਹੜਾ ਪੈਸੇ ਮੰਗ ਰਿਹਾ, ਕੀ ਉਹਦੇ ਕੋਲ ਜਿਹੜੀ ਅਥਾਰਟੀ ਹੈ ਕਿ ਕਿਹਨੇ ਉਹਨੂੰ ਭੇਜਿਆ ਸੀਗਾ, ਕਿ ਵਾਕਈ ਉਹਨੂੰ MLA ਨੇ ਭੇਜਿਆ ਸੀਗਾ। ਇਸ ਚੀਜ਼ ਦੀ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ। MLA ਸਾਹਿਬ ਕਹਿ ਰਹੇ ਨੇ ਕਿ ਮੇਰੇ ਕਿਸੇ ਵਿਅਕਤੀ ਨੇ ਕਿਸੇ ਤੋਂ ਜਾ ਕੇ ਜਿਹੜੇ ਆ ਉਹ ਪੈਸੇ ਨਹੀਂ ਮੰਗੇ, ਤੇ ਜੇ ਮੇਰੇ ਕਿਸੇ ਵਿਅਕਤੀ ਨੇ ਜਾ ਕੇ ਪੈਸੇ ਮੰਗੇ ਆ ਤਾਂ ਮੈਂ ਉਸ ਆਪਣੇ ਵਿਅਕਤੀ ਦੇ ਉੱਪਰ ਜਿਹੜੀ ਹੈ ਮੈਂ ਖੁਦ ਕਾਰਵਾਈ ਕਰਾਊਂਗਾ। ਔਰ ਇਸ ਚੀਜ਼ ਦੀ ਘੋਖ ਪੜਤਾਲ ਹੋਣੀ ਚਾਹੀਦੀ ਹੈ ਕਿ ਵਾਕਈ ਵਿਕਰਮ ਧਵਨ, ਔਰ ਜਿਹੜੀ ਸ਼ਿਕਾਇਤ ਹੋਈ ਹੈ ਨਾ, ਇਹ ਸ਼ਿਕਾਇਤ ਹੋਈ ਉਹ ਵੀ ਤੁਹਾਨੂੰ ਦੱਸ ਦਈਏ, ਇਹ ਸ਼ਿਕਾਇਤ ਕਿਸੇ ਹੋਰ ਨੇ ਨਹੀਂ, ਇਹ ਵੀ ਸ਼ਿਕਾਇਤ ਕੀ ਕਹਿੰਦੇ ਆ ਵਿਜੇ ਸਿੰਗਲਾ ਵਾਲੀ ਹੋਈ ਹੈ। ਨਾ ਕਿਸੇ ਮੀਡੀਆ ਨੇ ਲਾਈ ਪਹਿਲਾਂ, ਨਾ ਕਿਸੇ ਵਿਰੋਧੀ ਧਿਰ ਨੇ ਚੱਕੀ। ਇਹ ਸ਼ਿਕਾਇਤ ਵੀ ਜਿਹੜੀ ਹੈ, ਜਿਵੇਂ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਠੋਕਣ ਦੇ ਲਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਜਿਸ ਤਰੀਕੇ ਦੇ ਨਾਲ ਹੁਕਮ ਦਿੱਤੇ ਉਸ ਟਾਈਮ ਪਰਚੇ ਦੇ, ਤਾਂ ਇਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ MLA ਤੇ ਉਹਦੇ PA ਦੇ ਖਿਲਾਫ ਜਿਹੜੀਆਂ ਇਹ ਗੱਲਾਂ ਬਾਤਾਂ ਹੋਈਆਂ, ਉਹਦੀ ਜਿਹੜੀ ਸ਼ਿਕਾਇਤ ਹੈ ਉਹ ਜਿਹੜੀ ਆਮ ਆਦਮੀ ਪਾਰਟੀ ਦੇ ਹੀ ਵਰਕਰ ਵਿਕਰਮ ਧਵਨ ਦੇ ਵੱਲੋਂ ਕੀਤੀ ਗਈ, ਕਿਸੇ ਹੋਰ ਦੇ ਵੱਲੋਂ ਨਹੀਂ। ਆਮ ਆਦਮੀ ਪਾਰਟੀ ਦੇ ਹੀ ਵਰਕਰ ਵਿਕਰਮ ਧਵਨ ਦੇ ਵੱਲੋਂ ਇਹ ਸ਼ਿਕਾਇਤ ਜਿਹੜੀ ਆ ਉਹ ਕੀਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਇੱਥੇ ਜੀ ਗੰਦ ਪਾਇਆ ਜਾ ਰਿਹਾ, ਇਸ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਲੋਕ ਜਿਹੜੇ ਆ ਇਸ ਤਰੀਕੇ ਦੇ ਨਾਲ MLA ਤੇ ਉਹਦੇ ਬੰਦੇ ਜਿਹੜੇ ਰਲ ਕੇ ਪੈਸੇ ਮੰਗ ਰਹੇ ਨੇ, ਉਹ ਉਹਨੇ ਇਲਜ਼ਾਮ ਜਿਹੜੇ ਆ ਉਹ ਲਗਾਏ ਨੇ। ਹਾਲਾਂਕਿ ਸੱਚ ਕੀ ਹੈ ਗਲਤ ਕੀ ਹੈ ਉਹ ਜਿਹੜਾ ਜਾਂਚ ਤੋਂ ਬਾਅਦ ਸਾਹਮਣੇ ਆਊਗਾ। ਪਰ ਹਾਂ ਜਿਹੜੇ ਸਵਾਲ ਉੱਠ ਰਹੇ ਆ ਰਖਵਿੰਦਰ ਜੀ ਕਿ ਵਾਕਈ ਕਿਸੇ PA ਦੀ ਕੀ ਜ਼ਰੂਰਤ ਹੈ ਕਿ MLA ਦੀ ਜਿਹੜਾ ਹੈਗਾ ਉਸ ਤੋਂ ਬਿਨਾ MLA ਦੇ ਇਜਾਜ਼ਤ ਤੋਂ ਬਿਨਾ ਉਹਦੇ ਨਾਮ ਤੇ ਪੈਸੇ ਮੰਗ ਲਵੇ। ਔਰ ਦੂਜੀ ਗੱਲ ਇਹ ਕਹਿੰਦੇ ਕਿ ਮੈਨੂੰ ਜਦੋਂ ਚੌਂਕੀ ਇੰਚਾਰਜ ਨੇ ਦੱਸਿਆ, ਵਿਕਰਮ ਧਵਨ ਕਹਿ ਰਹੇ ਨੇ ਕਿ ਮੇਰੇ ਤੋਂ ਕੁਝ ਬੰਦੇ ਨੇ ਫੋਨ ਕਰਕੇ ਕਿਹਾ ਤੇ ਫਿਰ ਬਾਅਦ ਦੇ ਵਿੱਚ ਉਹ ਆਏ ਵੀ, ਤੇ ਜਦੋਂ ਕਹਿੰਦੇ ਮੈਂ ਕਿਹਾ ਕਿ ਕਿਹੜੇ ਬੰਦੇ ਨੇ ਤੁਹਾਨੂੰ ਫੋਨ ਕਰਕੇ ਪੈਸੇ ਮੰਗੇ ਨੇ, ਤਾਂ ਕਹਿੰਦੇ ਜਦੋਂ ਮੈਂ ਉਹ ਨੰਬਰ ਲਿਆ ਤਾਂ ਵਿਧਾਇਕ ਦੇ PA ਨਿਤਿਨ ਲੂਥਰਾ ਦਾ ਉਹ ਜਿਹੜਾ ਫੋਨ ਨੰਬਰ ਸੀਗਾ। ਇਹ ਜਿਹੜੀਆਂ ਗੱਲਾਂ ਵਿਕਰਮ ਧਵਨ ਆਮ ਆਦਮੀ ਪਾਰਟੀ ਦੇ ਵਰਕਰ ਕਹਿੰਦੇ ਹੋਏ ਨਜ਼ਰ ਆਏ ਨੇ। ਬੇਸ਼ੱਕ ਉਹ ਆਪਣੇ ਤੋਂ ਪੱਲਾ ਝਾੜਦੇ ਦਿਖਾਈ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ MLA, ਪਰ ਸਵਾਲ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ, ਪੁੱਛਿਆ ਜਾਣਾ ਚਾਹੀਦਾ ਥਾਣੇਦਾਰ ਤੋਂ ਵੀ, ਨਿਤਿਨ ਲੂਥਰਾ ਤੋਂ, ਉਸ ਤੋਂ ਬਾਅਦ ਅੱਗੇ ਨਿਤਿਨ ਲੂਥਰਾ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਈ ਤੈਨੂੰ ਵਾਕਈ MLA ਨੇ ਭੇਜਿਆ ਸੀ ਜਾਂ ਤੂੰ ਆਪਣੇ ਤੌਰ ਤੇ ਆ। ਜਿਹੜੀਆਂ ਸਾਰੀਆਂ ਗੱਲਾਂ ਲਖਵਿੰਦਰ ਜੀ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਹੀ ਤਰੀਕੇ ਦੇ ਨਾਲ ਚੱਲ ਰਹੀ ਹੈ। ਪਰ ਇੱਥੇ ਹੁਣ ਇਹ ਵਿਧਾਇਕਾਂ ਦੇ ਘਰ ਦੇ ਵਿੱਚ ਹੀ ਡਾਕੇ ਪਰ ਸਿੱਧੂ ਵਿਧਾਇਕ ਤਾਂ ਇਸ ਗੱਲ ਤੋਂ ਮੁਨਕਰ ਹੁੰਦੇ ਨਜ਼ਰ ਆ ਰਹੇ ਨੇ ਵੀ ਜਿਹੜਾ ਵਿਕਰਮ ਤੁਸੀਂ ਧਵਨ ਦੀ ਗੱਲ ਕਰ ਰਹੇ ਹੋ, ਜਿਹਨਾਂ ਵੱਲੋਂ ਸ਼ਿਕਾਇਤ ਕੀਤੀ ਵੀ ਹੈਗੀ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਦੇ ਉੱਪਰ, ਉਹ ਕਹਿੰਦੇ ਉਹ ਤਾਂ ਆਮ ਆਦਮੀ ਪਾਰਟੀ ਦਾ ਵਰਕਰ ਹੀ ਨਹੀਂ ਹੈਗਾ। ਨੰਬਰ ਇਸ ਡਰਾਈ ਕੀਤੀ, ਦੂਸਰੇ ਪਾਸੇ ਉਹ ਕਹਿੰਦੇ ਨੂੰ ਸਿਰਫ 1 ਲੱਖ ਰੁਪਇਆ ਮੰਗਿਆਗਾ, ਇਹ ਗੱਲ ਵੀ ਕਹਿੰਦੇ ਹੋਏ ਮੀਡੀਆ 'ਚ ਨਜ਼ਰ ਆ ਰਹੇ ਨੇ। ਤੇ ਤੀਸਰੀ ਜੋ ਉਹਨਾਂ ਨੇ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਹੈ ਵੀ ਜਿਹੜਾ ਵੀ ਦੋਸ਼ੀ ਹੋਏਗਾ ਉਸ ਦੇ ਖਿਲਾਫ ਮੈਂ ਖੁਦ FIR ਦਰਜ ਕਰਾਵਾਂਗਾ। ਨਹੀਂ ਫਿਰ ਉਹ ਤਾਂ ਕਰਾ ਲੈਣ ਨਾ ਲਖਵਿੰਦਰ ਜੀ, ਅਸੀਂ ਆਪਾਂ ਕਦੋਂ ਰੋਕ ਰਹੇ ਨਾ ਤੁਸੀਂ ਰੋਕ ਰਹੇ ਨਾ ਮੈਂ ਰੋਕ ਰਿਹਾ, ਉਹਨਾਂ ਨੂੰ ਜਾਂਚ ਕਰਵਾ ਲੈਣੀ ਚਾਹੀਦੀ ਆ। ਦੇਖੋ ਇਹ ਤਾਂ ਕੋਈ ਗੱਲ ਨਾ ਹੋਈ ਕਿ ਵਿਕਰਮ ਧਵਨ ਜਿਹੜਾ ਉਹ ਸਾਡੀ ਆਮ ਆਦਮੀ ਪਾਰਟੀ ਦਾ ਵਰਕਰ ਹੀ ਹੈ ਨਹੀਂ। ਬੜੇ ਲੋਕ ਨੇ ਜਿਹੜੇ ਤੁਹਾਡੀ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ। ਹੁਣ 92 ਸੀਟਾਂ ਜਿਤਾ ਕੇ ਤੁਹਾਨੂੰ ਦਿੱਤੀਆਂ ਲੋਕਾਂ ਨੇ, ਜ਼ਰੂਰੀ ਤਾਂ ਨਹੀਂ ਕਿ ਸਾਰੇ ਤੁਹਾਡੇ ਵਰਕਰ ਸੀ, ਤੇ ਜੇ ਉਹ ਵਰਕਰ ਹੈ ਨਹੀਂ ਸੀ ਤਾਂ ਕੀ ਫਿਰ ਉਹਨਾਂ ਨੇ ਵੋਟ ਪਾ ਕੇ ਤੁਹਾਨੂੰ ਗਲਤੀ ਕਰ ਲਈ? ਕੀ ਵਰਕਰ ਬਣਨ ਵਾਸਤੇ ਵੀ ਤੁਹਾਡੇ ਤੋਂ ਕੋਈ ਸਰਟੀਫਿਕੇਟ ਲੈਣਾ ਪਊਗਾ? ਕਿ ਆਮ ਬੰਦਾ ਕੋਈ ਸ਼ਿਕਾਇਤ ਨਹੀਂ ਕਰ ਸਕਦਾ? ਇਹ ਗੱਲਾਂ ਮੈਨੂੰ ਲੱਗਦਾ ਕਿ ਵਿਧਾਇਕ ਸਾਹਿਬ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਕਿ ਉਹ ਵਰਕਰ ਨਹੀਂ, ਚਾਹੇ ਉਹ ਵਰਕਰ ਨਹੀਂ, ਚਲੋ ਉਹਨੇ ਸ਼ਿਕਾਇਤ ਤਾਂ ਕੀਤੀ ਹੈ ਨਾ ਜੀ। ਜੇ ਸ਼ਿਕਾਇਤ ਕੀਤੀ ਹੈ ਤਾਂ ਫਿਰ ਵਿਧਾਇਕ ਸਾਹਿਬ ਨੂੰ ਸਵਾਗਤ ਕਰ ਲੈਣਾ ਚਾਹੀਦਾ ਕਿ ਭਾਈ ਠੀਕ ਹੈ, ਬਹੁਤ ਚੰਗੀ ਗੱਲ ਕੀਤੀ ਤੁਸੀਂ। ਜੇ ਕਿਸੇ ਬੰਦੇ ਨੇ ਪਰ ਉਹ ਤਾਂ ਕਹਿੰਦੇ ਸਿਰਫ 1 ਲੱਖ ਰੁਪਏ ਮੈਂ ਉਹਦੀ ਗੱਲ ਕਰ ਰਿਹਾ ਨਾ ਜੀ, ਵਿਧਾਇਕ ਨੂੰ ਕਹਿਣਾ ਤਾਂ ਇਹ ਚਾਹੀਦਾ ਸੀਗਾ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਕਰਮ ਜੀ, ਤੁਸੀਂ ਇਸ ਬੰਦੇ ਨੂੰ ਉਜਾਗਰ ਕੀਤਾ, ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ, ਤੇ ਜਿਹੜਾ ਬੰਦਾ ਮੇਰੇ ਨਾਮ ਤੇ ਪੈਸੇ ਮੰਗ ਰਿਹਾ ਆਪਾਂ ਉਸ ਬੰਦੇ ਨੂੰ ਠੋਕਾਂਗੇ। ਇਹ ਸਗੋਂ ਦੀ ਵਿਕਰਮ ਧਵਨ ਦਾ ਤਾਂ ਵਿਧਾਇਕ ਨੂੰ ਧੰਨਵਾਦ ਕਰਨਾ ਚਾਹੀਦਾ ਸੀ। ਇਹੋ ਜਿਹੀਆਂ ਗੱਲਾਂ ਤਾਂ ਕਰਨੀਆਂ ਨਹੀਂ ਚਾਹੀਦੀਆਂ ਸੀ ਕਿ ਆਮ ਆਦਮੀ ਪਾਰਟੀ ਦਾ ਵਰਕਰ ਹੈਗਾ ਜਾਂ ਨਹੀਂ ਹੈਗਾ। ਪੰਜਾਬ ਦਾ ਵਸਿੰਦਾ, ਪੰਜਾਬ ਦਾ ਵੋਟਰ ਹੈ, ਕੋਈ ਵੀ ਹੈ। ਨਾਲੇ ਆਮ ਆਦਮੀ ਪਾਰਟੀ ਦੇ ਇੰਨੇ ਵਰਕਰ ਹੀ ਹੈ ਨਹੀਂ ਜਿੰਨੀਆਂ ਵੋਟਾਂ ਪੈ ਗਈਆਂ ਇਹਨਾਂ ਨੂੰ, ਤੇ ਜ਼ਰੂਰੀ ਨਹੀਂਗਾ ਕਿ ਸਾਰੇ ਵਰਕਰ ਹੀ ਹੋਣ ਤੁਹਾਡੇ। ਵੋਟਾਂ ਤਾਂ ਪਾਈਆਂ ਹੀ ਹਨ ਲੋਕਾਂ ਨੇ। ਔਰ ਦੂਜੀ ਗੱਲ ਇਹ ਹੈ ਕਿ ਚਲੋ ਜਿਹਨੇ ਨਹੀਂ ਵੀ ਪਾਈ ਸ਼ਿਕਾਇਤ ਤਾਂ ਉਹ ਵੀ ਕਰ ਸਕਦਾ ਨਾ, ਤਾਂ ਤੁਸੀਂ ਜ਼ਰੂਰ ਉਸ ਚੀਜ਼ ਦਾ ਸੈਟੀਸਫਾਈਡ ਕਰੋ ਅਗਲੇ ਨੂੰ। ਉਹ ਸਗੋਂ ਦੀ
ਧੰਨਵਾਦ ਕਰਨਾ ਚਾਹੀਦਾ ਵਿਕਰਮ ਦਾ ਬੰਦਾ MLA ਕੁਲਜੀਤ ਰੰਧਾਵਾ ਨੂੰ ਕਿ ਵਿਕਰਮ ਜੀ ਤੁਸੀਂ ਇਹ ਮਾਮਲਾ ਮੇਰੇ ਧਿਆਨ 'ਚ ਲਿਆਂਦਾ। ਅੱਜ ਇਹਨਾਂ ਨੇ ਸਿਰਫ 1 ਲੱਖ ਰੁਪਈਆ ਮੰਗਿਆ, ਕੱਲ ਨੂੰ ਹੋ ਸਕਦਾ ਕੋਈ ਵੱਡੀ ਗੱਲਬਾਤ ਕਰ ਲੈਂਦੇ, ਕੱਲ ਨੂੰ ਹੋ ਸਕਦਾ ਕਿ ਕਿਸੇ ਵੱਡੇ ਨਾਮ ਦੇ ਵਿੱਚ ਵਾਰਦਾਤ ਦੇ ਵਿੱਚ ਮੇਰਾ ਨਾਮ ਯੂਜ਼ ਕਰ ਲੈਂਦੇ। ਇਹ ਜਿਹੜਾ ਧੰਨਵਾਦ ਕਰਨਾ ਚਾਹੀਦਾ ਸੀ, ਸਗੋਂ ਦੀ ਵਿਧਾਇਕ ਸਾਹਿਬ ਨੂੰ ਥੋੜਾ ਜਿਹਾ ਨੂੰ ਹੱਥ ਮਾਰਨਾ ਚਾਹੀਦਾ। ਇਸ ਵਾਲੇ ਪਾਸੇ ਨੂੰ ਜਦੋਂ ਗੱਲ ਤੁਰੀ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਹੈ ਚੱਕ ਕੇ ਉੱਚ ਪੱਧਰੀ ਜਿਹੜੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਔਰ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਆ ਠੋਕਣਾ ਚਾਹੀਦਾ। ਇਸ ਤਰੀਕੇ ਨਾਲ ਵੈਲਕਮ ਹੁੰਦਾ। ਉਹ ਤੋਂ ਪਤਾ ਲੱਗ ਰਿਹਾ ਕਿ ਖੁੰਦਕ ਦਿਖਾ ਰਹੇ ਆ ਥੋੜੀ। ਜੀ ਜੀ ਬਿਲਕੁਲ ਬਿਲਕੁਲ। ਸੋ ਹੁਣ ਆਪਾਂ ਕਹਿ ਸਕਦੇ ਇਸ ਮਾਮਲੇ 'ਚ ਵੀ ਜਾਂਚ ਹੋਏਗੀ, ਕਿਉਂਕਿ ਖੁਦ ਹੁਣ ਵਿਧਾਇਕ ਸਾਹਿਬ ਮੀਡੀਆ ਸਾਹਮਣੇ ਕਹਿ ਚੁੱਕੇ ਨੇ ਵੀ ਜਾਂਚ ਕਰਾਵਾਂਗਾ, ਮੈਂ ਖੁਦ FIR ਕਰਾਵਾਂਗਾ। ਵਿਧਾਇਕ ਜੇ ਜਾਂਚ ਕਰਾਊਗਾ ਲਖਵਿੰਦਰ ਜੀ, ਫਿਰ ਵਿਧਾਇਕ ਤਾਂ ਆਪਣੇ ਹੱਕ 'ਚ ਹੀ ਕਰਾਊਗਾ ਨਾ। ਇਹ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਔਰ ਵਿਧਾਇਕ ਦੇ ਖਿਲਾਫ ਕਿਉਂਕਿ ਇਹ ਜਾਂਚ ਚੱਲਣੀ ਹੈ, ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਔਰ ਜੇ ਤੁਸੀਂ ਜਿਹੜੀ ਹੈਗੀ ਹੈ ਆਪਣੇ ਮੰਤਰੀ ਦੇ ਉੱਪਰ ਕਾਰਵਾਈ ਕੀਤੀ ਹੈ ਤੇ ਜੇ ਉੱਥੇ ਵਾਈ ਖੱਟੀ ਹੈ, ਹਾਲਾਂਕਿ ਉਹ ਮੰਤਰੀ ਤੁਹਾਡਾ ਅੱਜ MLA ਦੇ ਰੂਪ ਦੇ ਵਿੱਚ ਮੀਟਿੰਗਾਂ ਦੇ ਵਿੱਚ ਬੈਠ ਰਿਹਾ, ਉਹਦੇ ਤੇ ਵੀ ਸਵਾਲ ਤੁਹਾਡੇ ਤੇ ਉੱਠ ਰਹੇ ਆ, ਤਾਂ ਫਿਰ ਤੁਹਾਨੂੰ ਇਸ MLA ਦੇ ਖਿਲਾਫ ਵੀ ਕੋਈ ਨਾ ਕੋਈ ਜਿਹੜੀ ਜਾਂਚ, ਖਿਲਾਫ ਨਹੀਂ ਮੈਂ ਕਹੂੰਗਾ, ਇਸ MLA ਦੇ ਉੱਪਰ ਲੱਗ ਰਹੇ ਰਿਸ਼ਵਤ ਦੇ ਇਲਜ਼ਾਮਾਂ ਦੇ ਮਾਮਲੇ ਦੇ ਵਿੱਚ ਵੀ ਕੋਈ ਨਾ ਕੋਈ ਜਿਹੜੀ ਜਾਂਚ ਬਿਠਾ ਲੈਣੀ ਚਾਹੀਦੀ ਹੈ ਤੇ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ। ਤੇ ਜੇ ਦੋਸ਼ੀ ਨੇ MLA ਸਾਹਿਬ ਤਾਂ ਫਿਰ ਉਹਨਾਂ ਨੂੰ ਠੋਕ ਦੇਣਾ ਚਾਹੀਦਾ ਹੈ, ਤੇ ਜਿਹਨੇ MLA ਸਾਹਿਬ ਦਾ ਨਾਮ ਵਰਤਿਆ ਜਾਂ ਫਿਰ ਉਹਨੂੰ ਠੋਕ ਦੇਣਾ ਚਾਹੀਦਾ। ਗੱਲ ਤਾਂ ਸਿੰਪਲ ਹੈ। ਬਿਲਕੁਲ ਜੀ ਬਿਲਕੁਲ। ਸੋ ਕਹਿਣ ਦਾ ਭਾਵ, ਲੇਕਿਨ ਕੁਝ ਵੀ ਹੋਵੇ ਜੀ, ਚਾਹੇ MLA ਸਾਹਿਬ ਸਹੀ ਹੋਣ ਜਾਂ ਗਲਤ ਹੋਣ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਭਗਵੰਤ ਸਿੰਘ ਮਾਨ ਦੀਆਂ ਤੇ ਸਰਕਾਰ ਦੀਆਂ ਮੁਸ਼ਕਿਲਾਂ 'ਚ ਵਾਧਾ ਜ਼ਰੂਰ ਹੈ। ਭਾਵੇਂ ਕਿ ਭਗਵੰਤ ਸਿੰਘ ਮਾਨ ਲਗਾਤਾਰ ਮੀਟਿੰਗਾਂ ਕਰਕੇ ਆਪਣੇ ਵਿਧਾਇਕਾਂ ਨੂੰ ਚੇਤਾਵਨੀ ਵੀ ਦੇ ਰਹੇ, ਨਾਲ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਵੀ ਆਪਾਂ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ, ਵੀ ਆਪਾਂ ਨੂੰ ਪੂਰਾ ਤਜਰਬਾ ਨਹੀਂ, ਗਲਤੀਆਂ ਨਹੀਂ ਕਰਨੀਆਂ। ਲੇਕਿਨ ਫਿਰ ਵੀ ਇੱਕ ਤੋਂ ਬਾਅਦ ਇੱਕ ਵੱਡੇ ਇਲਜ਼ਾਮ, ਖਾਸ ਤੌਰ ਤੇ ਕਰਪਸ਼ਨ ਦੀ, ਜਿਹੜੀ ਇੱਥੇ ਕਿ 0% ਟੋਲਰੈਂਸ ਦੀ ਗੱਲ ਕੀਤੀ ਜਾ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਵੱਲੋਂ, ਲਗਾਤਾਰ ਉਹਨਾਂ ਦੇ ਮੰਤਰੀ ਵਿਧਾਇਕਾਂ ਦੇ ਉੱਪਰ ਇਸ ਤਰ੍ਹਾਂ ਇਲਜ਼ਾਮ ਲੱਗ ਰਹੇ ਨੇ। ਸੋ ਹੁਣ ਇਸ ਜੋ ਮਾਮਲਾ ਹੁਣ MLA ਸਾਹਿਬ ਦਾ ਆਇਆ ਕਰਪਸ਼ਨ ਦਾ ਮਾਮਲਾ, ਕਿ ਇਸ ਦੇ ਵਿੱਚੋਂ ਪਾਕ ਸਾਫ਼ ਨਿਕਲ ਪਾਉਣਗੇ, ਜਾਂਚ ਕਿਸ ਤਰ੍ਹਾਂ ਦੀ ਹੋਏਗੀ, ਕੌਣ ਦੋਸ਼ੀ ਪਾਇਆ ਜਾਂਦਾ, ਇਹ ਸਭ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ। ਸੋ ਸਿੱਧੂ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਰਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ, ਜਿਨ੍ਹਾਂ ਵੱਲੋਂ ਅੱਜ ਦੀ ਇਸ ਅਹਿਮ ਵਿਚਾਰ ਚਰਚਾ ਦੇ ਵਿੱਚ ਖੂਬਸੂਰਤ ਚਰਚਾ ਕੀਤੀ ਗਈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।